ਸਤਿ ਸ੍ਰੀ ਅਕਾਲ। ਸਾਹਿਤਕ ਸਾਥੀ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਜਵਾਨ ਪੰਜਾਬ ਦੇ ਭਾਗ 1 ਲੈ ਕੇ ਹਾਜ਼ਰ ਹੋਏ ਹਾਂ। ਇਹ ਕਵਿਤਾ ਕਿਉਂਕਿ ਕੁਝ ਜ਼ਿਆਦਾ ਲੰਬੀ ਹੈ, ਇਸ ਲਈ ਅਸੀਂ ਇਸ ਨੂੰ 2 ਭਾਗਾਂ ਦੇ ਵਿੱਚ ਵੰਡ ਕੇ ਇਸ ਦੀ ਵਿਆਖਿਆ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਨੌਜਵਾਨ ਜੋ ਹੈ, ਪੰਜਾਬ ਦੀ ਜਵਾਨੀ, ਉਸ ਦੇ ਅਲਬੇਲੇ ਮਸਤ ਅਖੜ ਖਾਨ ਜਿਹੇ ਸੁਭਾਅ ਨੂੰ, ਬੜਾ ਬੇਪਰਵਾਹੀ ਵਾਲਾ ਸੁਭਾਅ, ਬੜਾ ਨਿਡਰਤਾ ਵਾਲਾ ਜਾਂ ਖੁੱਲ੍ਹ ਦਿਲਾ ਸੁਭਾਅ ਜੋ ਹੈ, ਉਸ ਨੂੰ ਚਿੱਤਰਦਿਆਂ ਹੋਇਆਂ ਕਿਹਾ ਹੈ ਕਿ ਇਹ ਬੇਪਰਵਾਹ ਪੰਜਾਬ ਦੇ, ਇਹ ਪੰਜਾਬ ਦੀ ਜਵਾਨੀ ਜੋ ਹੈ, ਇਹ ਬੜੀ ਬੇਪਰਵਾਹ ਕਿਸਮ ਦਾ ਇਹਨਾਂ ਦਾ ਸੁਭਾਅ ਹੈ। ਮੌਤ ਨੂੰ ਮਖੌਲਾਂ ਕਰਨ, ਮੌਤ ਤਾਂ ਇਹਨਾਂ ਨੂੰ ਇੱਕ ਮਜ਼ਾਕ ਲੱਗਦੀ ਹੈ। ਭਾਵ ਜ਼ਿੰਦਗੀ ਦੇ ਵਿੱਚ ਕੋਈ ਵੀ ਅਜਿਹਾ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ ਜਿਸ ਕੰਮ ਨੂੰ ਕਰਨ ਦੇ ਵਿੱਚ ਜਾਨ ਦੇ ਜਾਣ ਦਾ ਖਤਰਾ ਹੋਵੇ। ਭਾਵ ਮਰਨ ਥੀ ਨਹੀਂ ਡਰਦੇ। ਅਜਿਹਾ ਕਿਉਂ ਕਰਦੇ ਹਨ? ਕਿਉਂਕਿ ਇਹਨਾਂ ਨੂੰ ਮੌਤ ਤੋਂ ਡਰ ਹੀ ਨਹੀਂ ਲੱਗਦਾ। ਮੌਤ ਤਾਂ ਇਹਨਾਂ ਦੇ ਲਈ ਇੱਕ ਮਜ਼ਾਕ ਹੈ। ਔਰ ਮਜ਼ਾਕ ਮੌਤ ਨੂੰ ਕਿਉਂ ਸਮਝਦੇ ਹਨ? ਕਿਉਂਕਿ ਇਹ ਜ਼ਿੰਦਗੀ ਨੂੰ ਹੁੱਭ ਕੇ ਮਾਣਦੇ ਹਨ, ਖੁੱਭ ਕੇ ਮਾਣਦੇ ਹਨ। ਜ਼ਿੰਦਗੀ ਨੂੰ ਬੜੀ ਭਰਪੂਰਤਾ ਦੇ ਨਾਲ ਜਿਉਣ ਸਦਕਾ ਇਹਨਾਂ ਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ। ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ। ਜੇ ਕੋਈ ਪਿਆਰ ਦੇ ਨਾਲ ਤਾਂ ਚਾਹੇ ਤਾਂ ਇਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਵੀ ਰੱਖ ਸਕਦਾ ਹੈ। ਪਿਆਰ ਦੇ ਪਿੱਛੇ ਤਾਂ ਆਪਣੀ ਜਾਨ ਜਿਹੜੀ ਹੈ ਅਗਲੇ ਦੇ ਲਈ ਵਾਰਨ ਤੱਕ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ। ਪਰ ਟੈਂ ਨਾ ਮੰਨਣ ਕਿਸੇ ਦੀ, ਟੈਂ ਭਾਵ ਰੋਬ, ਪਰ ਕਿਸੇ ਦੀ ਆਕੜ, ਕਿਸੇ ਦਾ ਰੋਬ, ਕੋਈ ਇਹਨਾਂ ਨੂੰ ਜ਼ਬਰਦਸਤੀ ਦਬਾ ਕੇ ਇਹਨਾਂ ਦੀ ਜੋ ਸੈਲਫ ਰਿਸਪੈਕਟ ਭਾਵ ਆਤਮ ਸਨਮਾਨ ਨੂੰ ਠੇਸ ਪਹੁੰਚਾ ਕੇ ਕੋਈ ਕੰਮ ਕਰਵਾਉਣਾ ਚਾਹੇ ਤਾਂ ਇਹ ਆਕੜ ਜਾਂਦੇ ਹਨ। ਖਲੋ ਜਾਣ ਡਾਂਗਾ ਮੋਢੇ 'ਤੇ ਉਲਾਰ ਕੇ, ਅਗਲੇ ਦੇ ਲਈ ਫਿਰ ਸਾਹਮਣਾ ਕਰਨ ਦੇ ਲਈ ਡਾਂਗਾ ਵੀ ਜੇ ਚੁੱਕਣ ਦੀ ਲੋੜ ਪਵੇ ਤਾਂ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ। ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਨੂੰ, ਇਹ ਮੰਨਦੇ ਹਨ ਤਾਂ ਸਿਰਫ ਆਪਣੀ ਜਵਾਨੀ ਦੇ ਜ਼ੋਰ ਨੂੰ, ਜਿਸ ਦੇ ਵਿੱਚ ਕਹਿਰਾਂ ਦਾ ਜੋਸ਼ ਵੀ ਹੈ ਅਤੇ ਹੋਸ਼ ਵੀ ਹੈ। ਇਹ ਆਪਣੀ ਜੋਸ਼ ਅਤੇ ਹੋਸ਼ ਨੂੰ ਸਲਾਮਤ ਰੱਖਦਿਆਂ ਹੋਇਆਂ ਹਰ ਕੰਮ ਕਰਦੇ ਹਨ। ਅਤੇ ਜੇ ਕੋਈ ਜ਼ਬਰਦਸਤੀ ਇਹਨਾਂ ਨੂੰ ਮਨਾਉਣਾ ਚਾਹੇ, ਜ਼ਬਰਦਸਤੀ ਇਹਨਾਂ ਤੋਂ ਕੋਈ ਕੰਮ ਮਤਲਬ ਆਪਣਾ ਧਮਕਾ ਕੇ ਰੋਬ ਦੇ ਨਾਲ ਆਪਣਾ ਗੁਲਾਮ ਬਣਾ ਕੇ ਕਰਾਉਣਾ ਚਾਹੇ ਤੇ ਪਰਵਾਹ ਨਹੀਂ ਕਰਦੇ। ਅਖੜ ਖਾਨ ਅਲਬੇਲੇ ਧੁਰ ਥੀ ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ। ਕਿਉਂ ਅਜਿਹਾ ਕਰਦੇ ਹਨ? ਕਿਉਂਕਿ ਇਹ ਬੜੇ ਅਖੜ ਸੁਭਾਅ ਦੇ ਹਨ, ਅਲਬੇਲੇ ਮਸਤ ਮਲੰਗ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਉੱਤੇ ਗੁਰੂਆਂ ਪੀਰਾਂ ਦੀ ਅਜਿਹੀ ਰਹਿਮਤ ਹੈ ਇੱਥੋਂ ਦੀ ਜਵਾਨੀ ਦੇ ਉੱਤੇ ਵੀ ਕਿ ਇਹ ਆਜ਼ਾਦ ਕੀਤੇ ਹੋਏ ਬੰਦੇ ਹਨ। ਭਾਵ ਜਿਸ ਤਰ੍ਹਾਂ ਜੋ ਹੈ ਗੁਰੂ ਪੀਰਾਂ ਭਾਵ ਜੋ ਗੁਰਮਤਿ ਸਾਹਿਤ ਦਾ ਵੀ ਅਸੀਂ ਇੱਥੇ ਹਵਾਲਾ ਦੇ ਸਕਦੇ ਹਾਂ ਕਿ ਜਿਸ ਤਰ੍ਹਾਂ ਜੋ ਹੈ ਗੁਰੂ ਨਾਨਕ ਦੇਵ ਜੀ ਤੋਂ, ਉਸ ਤੋਂ ਪਹਿਲਾਂ ਬਾਬਾ ਫਰੀਦ ਵੀ ਲੈ ਲਈਏ, ਜਿੰਨੇ ਵੀ ਜੋ ਪੀਰ ਫਕੀਰ ਹੋਏ ਹਨ ਗੁਰੂ ਪੀਰ ਇਸ ਧਰਤੀ ਦੇ ਉੱਤੇ, ਉਹਨਾਂ ਨੇ ਜੋ ਗਿਆਨ ਦਾ ਪ੍ਰਕਾਸ਼ ਇਸ ਧਰਤੀ ਦੇ ਉੱਤੇ ਕੀਤਾ ਹੈ, ਉਸ ਗਿਆਨ ਦੇ ਪ੍ਰਕਾਸ਼ ਸਦਕਾ ਇਹਨਾਂ ਦਾ ਸੁਭਾਅ ਜਿਹੜਾ ਹੈ ਉਹ ਬੜਾ ਮਸਤ ਹੈ, ਅਲਮਸਤ ਹੈ। ਔਰ ਇਹ ਬਿਲਕੁਲ ਆਜ਼ਾਦ ਤਰਬੀਅਤ ਦੇ ਬੰਦੇ ਹਨ। ਉਹਨਾਂ ਗੁਰੂਆਂ ਪੀਰਾਂ ਦੀ ਅਜਿਹੀ ਰਹਿਮਤ ਹੈ ਇਹਨਾਂ ਦੇ ਉੱਤੇ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿੰਦਾ ਗੁਰੂ ਦੇ ਨਾਮ 'ਤੇ। ਫਿਰ ਕਵੀ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਵਿਤਕਰਾ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ। ਪੰਜਾਬ ਦਾ ਹਰ ਵਾਸੀ, ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਪਾਰਸੀ ਹੈ, ਕਿਸੇ ਵੀ ਧਰਮ ਜਾਤ ਦੇ ਨਾਲ ਸੰਬੰਧ ਰੱਖਦਾ ਹੈ, ਉਸ ਦੀ ਸਭ ਤੋਂ ਵੱਡੀ ਪਛਾਣ ਜਿਹੜੀ ਹੈ ਉਹ ਪੰਜਾਬੀ ਹੋਣ ਦੇ ਵਿੱਚ ਹੈ। ਕਿਉਂਕਿ ਉਹ ਪੰਜਾਬੀਅਤ ਦੇ ਪਹਿਰੇਦਾਰ ਹਨ, ਪੰਜਾਬੀਅਤ ਦੇ ਵਰਸਾਏ ਹੋਏ ਹਨ। ਔਰ ਪੰਜਾਬ ਸਾਰਾ ਜਿੰਦਾ ਗੁਰੂ ਦੇ ਨਾਮ 'ਤੇ। ਔਰ ਸਾਰਾ ਪੰਜਾਬ ਜੋ ਹੈ ਇਹ ਤਾਂ ਸਿਰਫ ਉਸ ਰੱਬੀ ਰਹਿਮਤ ਸਦਕਾ, ਰੱਬ ਦੀ ਵਰਸਾਈ ਹੋਈ ਧਰਤੀ ਹੋਣ ਸਦਕਾ, ਇਹ ਸਾਰੇ ਪੰਜਾਬੀਆਂ ਦੇ ਨੂੰ ਇੱਕ ਅਜਿਹੀ ਅਸੀਸ ਹੈ, ਅਜਿਹਾ ਆਸ਼ੀਰਵਾਦ ਹੈ, ਅਜਿਹਾ ਵਰਦਾਨ ਧੁਰੋਂ ਹੀ ਮਿਲਿਆ ਹੋਇਆ ਹੈ ਕਿ ਇਹ ਹਰ ਕੰਮ ਜੋ ਹੈ, ਜੋ ਸੱਚ ਦੇ ਰਾਹ 'ਤੇ ਚੱਲਣ ਵਾਲਾ ਚੰਗਾ ਨੇਕ ਕਰਮ ਕਰਦੇ ਹਨ ਅਤੇ ਉਸ ਕੰਮ ਨੂੰ ਕਰਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੇ। ਆਪਣਾ ਹਰ ਕੰਮ ਜੋ ਹੈ ਉਸ ਰੱਬ ਨੂੰ ਸਮਰਪਿਤ ਕਰਕੇ ਕਰਦੇ ਹਨ। ਜਵਾਨ ਖੁੱਲ੍ਹੇ ਖੋਲ੍ਹੇ ਪਿਆਰਿਆਂ, ਆਜ਼ਾਦੀ ਦੇ ਪਿਆਰ ਵਿੱਚ ਦੁਨੀਆ ਥੀ ਵੇਲੇ ਦੀਨ ਥੀ ਵੇਲੇ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜੋ ਜਵਾਨੀ ਹੈ ਪੰਜਾਬ ਦੀ, ਇਹਨਾਂ ਦੇ ਖੁੱਲ੍ਹੇ ਡੁੱਲੇ ਸੁਭਾਅ ਜਿਹੜੇ ਹਨ, ਖੁੱਲ੍ਹੇ ਡੁੱਲੇ ਵਿਚਾਰ ਜਿਹੜੇ ਹਨ,
ਉਸ ਰੱਬੀ ਰਹਿਮਤ ਸਦਕਾ ਹਨ। ਆਜ਼ਾਦੀ ਨੂੰ ਇਹ ਧੁਰੋਂ ਦਿਲੋਂ ਪਿਆਰ ਕਰਦੇ ਹਨ ਤੇ ਦੀਨ ਦੁਨੀਆ ਥੀ ਵੇਲੇ, ਦੀਨ ਦੁਨੀਆ ਤੋਂ ਭਾਵ ਹੈ ਦੁਨੀਆ ਦੁਆਰਾ ਬਣਾਏ ਹੋਏ ਜੋ ਪਿਛਾਂ ਖਿੱਚੂ ਨੇਮ ਹਨ ਜਾਂ ਕਾਇਦੇ ਕਾਨੂੰਨ ਹਨ ਜਾਂ ਧਰਮਾਂ ਦੁਆਰਾ ਜੋ ਮਨੁੱਖ ਦੇ ਦਿਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵਲਗਣਾ ਪੈਦਾ ਕੀਤੀਆਂ ਜਾਂਦੀਆਂ ਹਨ ਜਾਂ ਜ਼ਬਰਦਸਤੀ ਮਨੁੱਖ ਨੂੰ ਜੋ ਹੈ ਆਪਣੇ ਧਰਮ ਦੇ ਵਿੱਚ ਤਬਦੀਲ ਕਰਨਾ ਜਾਂ ਆਪਣੇ ਵੱਲ ਕਰਨਾ ਜਾਂ ਮਨੁੱਖ ਦੀ ਹੋਂਦ ਨੂੰ ਜਾਂ ਮਨੁੱਖ ਦੀ ਆਜ਼ਾਦੀ ਨੂੰ ਜਾਂ ਮਨੁੱਖ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਨਾ ਕਿਸੇ ਵੀ ਵੇਲੇ ਦੇ ਬਾਦਸ਼ਾਹ ਦੁਆਰਾ ਕਿਸੇ ਵੀ ਧਰਮ ਦੁਆਰਾ ਜੇਕਰ ਕੀਤੀਆਂ ਜਾਂਦੀਆਂ ਹਨ ਤੇ ਉਹਨਾਂ ਦੀ ਪਰਵਾਹ ਨਹੀਂ ਕਰਦੇ। ਇਹ ਦੁਨਿਆਵੀ ਧਰਮਾਂ ਦੀ ਥਾਂ ਤੇ ਆਪਣੇ ਮਨ ਦੇ ਧਰਮ ਨੂੰ ਈਮਾਨ ਨੂੰ ਮੰਨਦੇ ਹਨ। ਰਲੇ ਨਾ ਰਲਿੰਦੇ ਕਦੀ ਇਹ ਜਵਾਨ ਪੰਜਾਬ ਦੇ। ਫਿਰ ਕਵੀ ਕਹਿ ਰਿਹਾ ਹੈ ਕਿ ਇਹ ਅਜਿਹੇ ਨਿਵੇਕਲੀ ਕਿਸਮ ਦੇ ਸੁਭਾਅ ਦੇ ਲੋਕ ਹਨ ਕਿ ਇਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਚਲੇ ਜਾਣ, ਇਹਨਾਂ ਦੀ ਵੱਖਰੀ ਪਛਾਣ ਹੈ, ਇਹਨਾਂ ਦੇ ਵੱਖਰੇ ਸੁਭਾਅ ਸਦਕਾ, ਇਹਨਾਂ ਦੇ ਵੱਖਰੇ ਖਾਣ ਪਾਣ ਸਦਕਾ, ਇਹਨਾਂ ਦੀਆਂ ਵੱਖਰੀਆਂ ਆਦਤਾਂ ਸਦਕਾ ਇਹ ਪੰਜਾਬ ਦੀ ਜਵਾਨੀ ਜਿਹੜੀ ਹੈ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਚਲੀ ਜਾਵੇ ਇਹਦੀ ਇੱਕ ਨਿਵੇਕਲੀ ਪਛਾਣ ਹੈ। ਦੂਸਰਿਆਂ ਦੇ ਵਿੱਚ ਇਹ ਰਲੇ ਹੋਏ ਨਜ਼ਰ ਨਹੀਂ ਆਉਂਦੇ, ਦੂਸਰਿਆਂ ਦੇ ਨਾਲੋਂ ਅਲੱਗ ਇਹਨਾਂ ਦੀ ਇੱਕ ਹੋਂਦ ਨਜ਼ਰ ਆਉਂਦੀ ਹੈ। ਮੰਨੇ ਨਾ ਮਨੀਂਦੇ ਕਦੀ ਕੁੱਦ ਕੁੱਦ ਉਛਲਦੇ ਡੁੱਲਦੇ ਮਰਜ਼ੀ ਦੇ ਮਾਲਕ ਏ। ਤੇ ਜੇ ਕੋਈ ਇਹਨਾਂ ਨੂੰ ਆਪਣੀ ਈਨ ਬਣਾਉਣਾ ਚਾਹੇ, ਆਪਣਾ ਗੁਲਾਮ ਬਣਾਉਣਾ ਚਾਹੇ ਤਾਂ ਇਹ ਬਿਲਕੁਲ ਅਗਲੇ ਦੀ ਗੱਲ ਮੰਨਦੇ ਨਹੀਂ, ਸਗੋਂ ਕੁੱਦ ਕੁੱਦ ਕੇ ਪੈਂਦੇ ਹਨ ਅਤੇ ਉਛਲਦੇ ਡੁੱਲਦੇ ਮਰਜ਼ੀ ਦੇ ਮਾਲਕ ਇਹ। ਇਹਨਾਂ ਦੇ ਦਿਲ ਜਿਹੜੇ ਨੇ ਉਹ ਪਿਆਰ ਦੇ ਨਾਲ ਅਜਿਹੇ ਲਬਰੇਜ਼ ਹਨ, ਆਜ਼ਾਦੀ ਨੂੰ ਇਸ ਤਰ੍ਹਾਂ ਘੁੱਗ ਕੇ ਇਹ ਮਾਣਦੇ ਹਨ ਕਿ ਆਪਣੀ ਮਰਜ਼ੀ ਦੇ ਮਾਲਕ ਹਨ, ਜੋ ਚਾਹੁਣ ਉਹੀ ਕਰਦੇ ਹਨ, ਦਿਲ ਦੇ ਚਾਅ ਉੱਤੇ ਉਲਰਦੇ। ਪਰ ਭਾਵੇਂ ਕੋਈ ਕਿੰਨਾ ਵੀ ਜ਼ੋਰ ਲਾ ਰਵੇ ਕਿਸੇ ਦੀ ਪਰਵਾਹ ਨਹੀਂ ਕਰਦੇ, ਪਰ ਜੇ ਕੋਈ ਸੱਚੇ ਦਿਲੋਂ ਇਹਨਾਂ ਨੂੰ ਪਿਆਰ ਕਰਦਾ ਹੈ, ਸਤਿਕਾਰ ਕਰਦਾ ਹੈ, ਦਿਲ ਦੇ ਚਾਅ ਦੇ ਉੱਤੇ ਅਗਲੇ ਦੇ ਬਣ ਜਾਂਦੇ ਹਨ, ਭਾਵ ਉਸ 'ਤੇ ਉਲਰ ਜਾਂਦੇ ਹਨ, ਉਸ ਦੇ ਲਈ ਆਪਣਾ ਆਪਾ ਵਾਰਨ ਤੱਕ ਦੇ ਲਈ ਤਿਆਰ ਹੋ ਜਾਂਦੇ ਹਨ। ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ 'ਤੇ ਰੀਝਣ 'ਤੇ ਪਸੀਜਣ ਸਾਰੇ ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ। ਜਿਵੇਂ ਕਹਿੰਦੇ ਨੇ ਕਿ ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ ਹੈ। ਠੀਕ ਇਸੇ ਤਰ੍ਹਾਂ ਦਾ ਪੰਜਾਬੀ ਗੱਭਰੂਆਂ ਦਾ ਸੁਭਾਅ ਹੈ ਕਿ ਇਹ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੇ ਉੱਤੇ ਤਾਂ ਰੀਝ ਜਾਂਦੇ ਹਨ, ਪਸੀਜ ਜਾਂਦੇ ਹਨ, ਅਗਲੇ ਦੇ ਬਣ ਜਾਂਦੇ ਹਨ, ਪਰ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਕੇ ਲਾਂਭੇ ਹੋ ਜਾਂਦੇ ਹਨ। ਭਾਵ ਇਹ ਕੋਈ ਜਮਾ ਜੋੜ ਘਟਾ ਦੇ ਵਿੱਚ ਨਹੀਂ ਪੈਂਦੇ। ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਇਹ ਸਵਾਰਥੀ ਨਹੀਂ ਹਨ, ਇਹ ਲਾਲਚੀ ਨਹੀਂ ਹਨ, ਧਨ ਦੌਲਤ ਦੇ ਪਿੱਛੇ ਲੱਗ ਕੇ ਕਿਸੇ ਨਾਲ ਪਿਆਰ ਨਹੀਂ ਕਰਦੇ, ਬਲਕਿ ਮਨੁੱਖ ਨੂੰ ਦਿਲੋਂ ਪਿਆਰ ਕਰਦੇ ਹਨ ਤੇ ਦਿਲੋਂ ਪਿਆਰ ਕਰਨ ਵਾਲੇ ਨੂੰ ਸਵੀਕਾਰ ਵੀ ਕਰਦੇ ਹਨ। ਧਨ ਦੌਲਤਾਂ ਦੇ ਭਾਵੇਂ ਕੋਈ ਢੇਰ ਵੀ ਇਹਨਾਂ ਦੇ ਅੱਗੇ ਉਸਾਰ ਦੇਵੇ ਤਾਂ ਇਹ ਪਰਵਾਹ ਨਹੀਂ ਕਰਦੇ। ਇਹਨਾਂ ਦਾ ਕੁਝ ਥਹੁ ਨਹੀਂ ਲੱਗਦਾ। ਫਿਰ ਕਵੀ ਕਹਿ ਰਿਹਾ ਕਿ ਇਹਨਾਂ ਦਾ ਕੁਝ ਥਹੁ ਪਤਾ, ਇਹਨਾਂ ਦਾ ਕੋਈ ਭੇਦ, ਇਹਨਾਂ ਰਹੱਸ ਇਹਨਾਂ ਦਾ ਕੋਈ ਪਾ ਨਹੀਂ ਸਕਦਾ। ਕਿਉਂ? ਹੱਥਾਂ ਵਿੱਚ ਗੋਲੇ ਕੀਤੇ ਕਿਸੇ ਪਾਤਸ਼ਾਹ ਨੇ। ਇਸ ਤਰ੍ਹਾਂ ਲੱਗਦਾ ਹੈ ਤਾਂ ਕਿਸੇ ਪਾਤਸ਼ਾਹ ਨੇ ਇਹਨਾਂ ਨੂੰ ਆਪਣਾ ਜਿਵੇਂ ਰਹਿਮਤਾਂ ਸਦਕਾ ਅਜਿਹੀਆਂ ਕੀਤੀਆਂ ਹੋਈਆਂ ਹਨ ਕਿ ਇਹ ਗੋਲੇ ਤੋਂ ਭਾਵ ਹੈ ਗੁਲਾਮ ਹੋ ਗਏ ਹਨ। ਕਿਸ ਦੇ? ਪਿਆਰ ਦੇ। ਆਜ਼ਾਦੀ ਪਈ ਠਾਠਾ ਮਾਰਦੀ ਮੇਰੇ ਪੰਜਾਬ ਵਿੱਚ, ਉਹ ਰੱਬੀ ਰਹਿਮਤ ਸਦਕਾ ਜੋ ਹੈ ਪੰਜਾਬ ਦੇ ਗੱਭਰੂਆਂ ਦੇ ਦਿਲਾਂ ਦੇ ਵਿੱਚ ਆਜ਼ਾਦੀ ਜਿਹੜੀ ਹੈ ਉਹ ਠਾਠਾ ਮਾਰਦੀ ਹੈ। ਇਸ ਲਈ ਹਮੇਸ਼ਾ ਸੁਤੰਤਰ ਆਜ਼ਾਦ ਤਬੀਅਤ ਦੇ ਮਾਲਕ ਹੋ ਕੇ ਵਿਚਰਨਾ ਚਾਹੁੰਦੇ ਹਨ, ਕਿਸੇ ਦੀ ਗੁਲਾਮੀ ਸਵੀਕਾਰ ਕਰ ਹੀ ਨਹੀਂ ਸਕਦੇ। ਪਿਆਰ ਦਾ ਨਾਮ ਇਹਨਾਂ ਸਿੱਖਿਆ, ਇਹਨਾਂ ਦੁਨੀਆ ਦੇ ਵਿੱਚ ਸਿੱਖੀ ਹੈ ਤਾਂ ਇੱਕੋ ਹੀ ਚੀਜ਼, ਉਹ ਕਿਹੜੀ ਹੈ? ਪਿਆਰ ਦਾ ਨਾਮ। ਪਿਆਰ ਕਰਦੇ ਹਨ, ਪਿਆਰ ਕਮਾਉਂਦੇ ਹਨ ਔਰ ਪਿਆਰ ਦੇ ਨਾਲ ਅਗਲੇ ਦੇ ਹੋ ਜਾਂਦੇ ਹਨ, ਦਿਲ ਜਾਨ ਵਾਰਨ ਇਹ ਪਿਆਰ 'ਤੇ, ਔਰ ਆਪਣਾ ਆਪਾ ਵੀ ਪਿਆਰ ਦੇ ਬਦਲੇ ਕੁਰਬਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ। ਜਿਹੜਾ ਪੰਜਾਬ ਦਾ ਸੱਚਾ ਵਸਨੀਕ ਹੈ ਉਸ ਦਾ ਇਹ ਈਮਾਨ ਹੈ। ਈਮਾਨ ਤੋਂ ਭਾਵ ਹੈ ਸੁਭਾਅ ਉਹਦਾ ਅੰਦਰਲਾ। ਜਿਵੇਂ ਧਰਮ ਹੈ, ਧਰਮ ਦਾ ਸੰਬੰਧ ਬਾਹਰੀ ਵੇਸ਼ ਭੂਸ਼ਾ ਨਾਲ ਹੋ ਗਿਆ, ਬਾਹਰੀ ਦਿਖਾਵੇ ਨਾਲ ਹੋ ਗਿਆ, ਪਰ ਈਮਾਨ ਦਾ ਸੁਭਾਅ ਜਿਹੜਾ ਹੈ ਮਨੁੱਖ ਦੇ ਮਨ ਦੇ ਨਾਲ ਹੈ, ਅੰਦਰਲੇ ਅੰਤਰ ਮਨ ਆਪੇ ਦੇ ਨਾਲ ਹੈ। ਭਾਵ ਜੋ ਹੈ ਦਿਲੋਂ ਇਹ ਸੱਚ ਦੇ ਮੁਦਈ ਹਨ। ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ, ਇਹ ਸਾਰੇ ਰਾਂਝੇ ਦੇ ਹੀ ਅਸਲ ਦੇ ਵਿੱਚ ਨਿੱਕੇ ਭਰਾ ਹਨ ਸਾਰੇ, ਕਿਉਂਕਿ ਜਿਸ ਤਰ੍ਹਾਂ ਰਾਂਝਾ ਜੋ ਹੈ ਪਿਆਰ ਦਾ ਪੁਜਾਰੀ ਸੀ, ਬੇਲਿਆਂ ਤੇ ਰੁੱਖਾਂ ਵਿੱਚ ਕੂਕਾਂ ਮਾਰਦੇ, ਇਸੇ ਤਰ੍ਹਾਂ ਇਹਨਾਂ ਦੀ ਸੁਭਾਅ ਜਿਹੜਾ ਹੈ ਕਿ ਉਹ ਇੰਨਾ ਖੁੱਲ੍ਹਾ ਖਲਾਸਾ ਹੈ, ਖੁੱਲ੍ਹ ਦਿਲਾ ਹੈ, ਕਿਉਂਕਿ ਇਹ ਜੰਗਲਾਂ ਬੇਲਿਆਂ ਦੇ ਵਿੱਚ
ਪਲੇ ਹਨ, ਵਿਚਰਦੇ ਹਨ। ਰੁੱਖਾਂ 'ਤੇ ਚੜ੍ਹਨਾ, ਉਤਰਨਾ, ਭਾਵ ਕੂਕਾਂ ਮਾਰਨੀਆਂ, ਆਪਣੀ ਮਰਜ਼ੀ ਦੇ ਅਨੁਸਾਰ ਜਾਂ ਆਪਣੀ ਮਰਜ਼ੀ ਦੇ ਮਾਲਕ ਹੋਣ ਸਦਕਾ ਆਪਣੇ ਮਨ ਆਈ ਗੱਲ ਜਿਹੜੀ ਨੇ ਉਹ ਕੂਕ ਕੂਕ ਕੇ ਵੀ ਅਗਲੇ ਨੂੰ ਸੁਣਾ ਦਿੰਦੇ ਹਨ। ਸੱਚ ਕਹਿਣ ਤੋਂ ਮੂੰਹ ਆਈ ਬਾਤ ਨਾ ਰਹਿੰਦੀ ਹੈ ਵਾਲੀ ਸਥਿਤੀ ਹੈ ਇਹਨਾਂ ਦੀ। ਜਿਹੜੀ ਗੱਲ ਇਹਨਾਂ ਦੇ ਦਿਲ ਦੇ ਵਿੱਚ ਆ ਜਾਵੇ ਇਹ ਕਹਿ ਦਿੰਦੇ ਹਨ, ਭਾਵੇਂ ਚੀਖ ਚੀਖ ਕੇ ਵੀ ਕਿਉਂ ਨਾ ਕਹਿਣੀ ਪਵੇ। ਔਰ ਇਹ ਜੰਗਲਾਂ ਬੇਲਿਆਂ ਦੇ ਵਿੱਚ ਵਿਚਰਦੇ ਹਨ, ਰਹਿੰਦੇ ਹਨ। ਕੁਦਰਤ ਦੇ ਨੇੜੇ ਹੋਣ ਸਦਕਾ ਇਹ ਕੁਦਰਤ ਨੂੰ ਪਿਆਰ ਕਰਦੇ ਹਨ, ਕਿਉਂਕਿ ਕੁਦਰਤ ਦੇ ਵਿੱਚ ਖੇੜਾ ਹੈ, ਖੁਸ਼ੀ ਹੈ, ਅਤੇ ਉਹੀ ਖੇੜਾ ਅਤੇ ਖੁਸ਼ੀਆਂ ਇਹਨਾਂ ਦੇ ਅੰਦਰ ਭਰਿਆ ਹੁੰਦਾ ਹੈ। ਬਾਲਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ। ਹੁਣ ਇੱਥੇ ਕਵੀ ਨੇ ਬੜਾ ਜੋ ਹੈ ਇੱਕ ਵਿਅੰਗਾਤਮਕ ਰੂਪ ਦੇ ਵਿੱਚ ਹਾਸ ਰਸ ਭਰਿਆ ਹੈ ਇੱਥੇ ਕਿ ਬਾਲਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ। ਰਾਂਝਾ ਜੋ ਹੈ ਜਦੋਂ ਬਾਲਨਾਥ ਜੋਗੀ ਦੇ ਟਿੱਲੇ 'ਤੇ ਜੋਗ ਧਾਰਨ ਕਰਨ ਦੇ ਲਈ ਜਾਂਦਾ ਹੈ ਅਤੇ ਬਾਲਨਾਥ ਰਾਂਝੇ ਨੂੰ ਆਪਣਾ ਜੋਗੀ ਬਣਾ ਲੈਂਦਾ ਹੈ। ਅਤੇ ਪਰ ਜਦੋਂ ਬਾਲਨਾਥ ਰਾਂਝੇ ਨੂੰ ਆਪਣਾ ਚੇਲਾ ਬਣਾ ਕੇ ਉਸ ਨੂੰ ਜੋਗ ਦੀ ਦੀਕਸ਼ਾ ਦੇ ਦਿੰਦਾ ਹੈ, ਰਾਂਝਾ ਜੋਗੀ ਬਣ ਜਾਂਦਾ ਹੈ। ਅਤੇ ਉਸ ਤੋਂ ਬਾਅਦ ਰਾਂਝੇ ਨੂੰ ਬਾਲਨਾਥ ਜਿਹੜਾ ਹੈ ਜੋਗ ਮਤ ਦੇ ਜੋ ਨੇਮ ਹਨ, ਜੋ ਅਕੀਦੇ ਹਨ, ਉਹ ਸਮਝਾਉਂਦਾ ਹੈ। ਤਾਂ ਰਾਂਝਾ ਜੋ ਹੈ ਬਾਲਨਾਥ ਦੇ ਅੱਗੋਂ ਨਾਬਰੇ ਹੋ ਜਾਂਦਾ ਹੈ। ਕਿਉਂਕਿ ਰਾਂਝੇ ਨੇ ਅਸਲ ਦੇ ਵਿੱਚ ਜੋਗ ਧਾਰਨ ਕੀਤਾ ਸੀ ਆਪਣੇ ਰੱਬ ਰੂਪੀ ਹੀਰ ਦੇ ਦੀਦਾਰ ਕਰਨ ਦੇ ਲਈ। ਪਰ ਬਾਲਨਾਥ ਜਿਹੜਾ ਹੈ ਜੋਗ ਮਤ ਦੇ ਅਨੁਸਾਰ ਉਸਨੂੰ ਔਰਤ ਤੋਂ ਦੂਰ ਰਹਿਣ ਦੀ ਜਦੋਂ ਸਿੱਖਿਆ ਦਿੰਦਾ ਹੈ ਤਾਂ ਉੱਥੇ ਰਾਂਝਾ ਨਾਬਰ ਹੋ ਜਾਂਦਾ ਹੈ, ਬਾਲਨਾਥ ਦੀ ਗੱਲ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਤਾਂ ਉਸ ਵਕਤ ਬਾਲਨਾਥ ਵੀ ਪਛਤਾਉਂਦਾ ਹੈ ਕਿ ਉਸਨੇ ਕਿਹੋ ਜਿਹੇ ਬੰਦੇ ਨੂੰ ਜੋਗ ਦੇ ਦਿੱਤਾ ਹੈ ਜਾਂ ਆਪਣਾ ਚੇਲਾ ਬਣਾ ਲਿਆ ਹੈ, ਜਿਹੜਾ ਉਸ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਅਮਲ ਕਰਨ ਤੋਂ ਹੀ ਜੋ ਹੈ ਗੁਰੇਜ਼ ਕਰ ਰਿਹਾ ਹੈ ਜਾਂ ਇਨਕਾਰ ਕਰ ਰਿਹਾ ਹੈ। ਸਤਿਗੁਰਾਂ ਦੇ ਸਿੱਖ ਨੂੰ ਹੱਥ ਪਾਰ ਹੋਇਆ। ਅਤੇ ਇਸ ਤਰ੍ਹਾਂ ਸਤਿਗੁਰਾਂ ਦੀਆਂ ਜੋ ਦਿੱਤੀਆਂ ਹੋਈਆਂ ਸਿੱਖਿਆਵਾਂ ਹਨ, ਕਿਹੜੀਆਂ ਕਿ ਮਨੁੱਖ ਨੂੰ ਮਨੁੱਖ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਉਹਨਾਂ ਸਿੱਖਿਆਵਾਂ 'ਤੇ ਅਮਲ ਕਰਦਾ ਹੋਇਆ ਰਾਂਝਾ ਬਾਲਨਾਥ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੀਆਂ ਸਿੱਖਿਆਵਾਂ 'ਤੇ ਨਹੀਂ ਚੱਲ ਸਕਦਾ। ਅਤੇ ਬਾਲਨਾਥ ਵੀ ਪਛਤਾਉਂਦਾ ਹੈ, ਰੋਂਦਾ ਹੈ ਦਿਲ ਉਸਦਾ ਕਿ ਉਸਨੇ ਕਿਹੋ ਜਿਹੇ ਮਨੁੱਖ ਨੂੰ ਆਪਣਾ ਚੇਲਾ ਥਾਪ ਲਿਆ ਹੈ। ਇਸ ਜੱਟ ਮੱਤ ਵਿੱਚ ਜੋਰਾਂ ਦਾ ਜੋਗ ਸੀ। ਬਾਲਨਾਥ ਮਨ ਹੀ ਮਨ ਸੋਚ ਰਿਹਾ ਹੈ ਕਿ ਇਹਨਾਂ ਜੱਟ ਬੂਟ ਜਿਹੇ ਨਜ਼ਰ ਆਉਂਦੇ ਲੋਕਾਂ ਦੇ ਵਿੱਚ ਤਾਂ ਜੋਰਾਂ ਦਾ ਜੋਗ ਹੈ, ਭਾਵ ਇਹ ਤੇ ਅੰਦਰੋਂ ਜੋ ਹੈ ਸਾਧਨਾ ਦੇ ਨਾਲ ਜੁੜੇ ਹੋਏ ਹਨ। ਕਿਵੇਂ ਦੇਖ ਪਰੇਸ਼ਾਨ ਹੋਇਆ ਬਖਸ਼ਿਆ। ਅਤੇ ਰਾਂਝਾ ਕਿਉਂਕਿ ਬਾਲਨਾਥ ਨੂੰ ਆਪਣੀ ਜੋ ਮਨ ਦੀ ਗੱਲ ਹੈ ਉਹ ਕਹਿ ਰਿਹਾ ਹੈ, ਕਿਉਂਕਿ ਹਰ ਧਰਮ ਮਨੁੱਖ ਨੂੰ ਪ੍ਰੇਮ ਪਿਆਰ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੰਦਾ ਹੈ, ਪਰ ਜੋਗ ਮਤ ਜਿਹੜਾ ਹੈ ਮਨੁੱਖ ਨੂੰ ਪ੍ਰੇਮ ਕਰਨ ਤੋਂ ਹੋੜਦਾ ਹੈ। ਤਾਂ ਇਸ ਲਈ ਜਦੋਂ ਰਾਂਝਾ ਬਾਲਨਾਥ ਦੀਆਂ ਸਿੱਖਿਆਵਾਂ 'ਤੇ ਚੱਲਣ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਬਾਲਨਾਥ ਵੀ ਬੜਾ ਹੈਰਾਨ ਵੀ ਹੁੰਦਾ ਹੈ ਰਾਂਝੇ ਦੇ ਦਲੀਲ ਨੂੰ, ਤਰਕ ਨੂੰ ਸੁਣ ਕੇ, ਅਤੇ ਪਰੇਸ਼ਾਨ ਹੋ ਕੇ ਆਖਿਰ ਉਸ ਨੂੰ ਬਖਸ਼ ਦਿੰਦਾ ਹੈ, ਮੁਆਫ ਕਰ ਦਿੰਦਾ ਹੈ ਅਤੇ ਟੋਰਿਆ ਅਤੇ ਉਸ ਨੂੰ ਭੇਜ ਦਿੰਦਾ ਹੈ ਟਿੱਲੇ ਥੀ ਅਸੀਸ ਦੇ। ਅਤੇ ਆਪਣੇ ਟਿੱਲੇ ਤੋਂ ਅਸੀਸ ਦੇ ਕੇ ਉਸ ਨੂੰ ਟੋੜ ਦਿੰਦਾ ਹੈ ਕਿ ਜਾ ਤੂੰ ਆਪਣੀ ਮਰਜ਼ੀ ਦਾ ਮਾਲਕ ਹੈ, ਜੋ ਚਾਹੇ ਤੂੰ ਕਰ ਸਕਦਾ ਹੈ, ਹਾਰਿਆ। ਇੱਥੇ ਬਾਲਨਾਥ ਜਿਹੜਾ ਹੈ ਰਾਂਝੇ ਦੇ ਤਰਕ ਅੱਗੇ, ਦਲੀਲ ਅੱਗੇ, ਉਸਦੇ ਪਿਆਰ ਭਰੇ ਦਿਲ ਦੇ ਅੱਗੇ ਹਾਰ ਜਾਂਦਾ ਹੈ। ਅਤੇ ਮਚਲਾ ਜੱਟ ਆਖੇ ਮੁੰਦਰਾਂ ਲੈ ਆਪਣੀਆਂ ਮੋੜ ਬਾਵਾ, ਅਤੇ ਕੰਨ ਮੇਰੇ ਮੁੜ ਸਬੂਤ ਕਰ ਭਲੇ ਮਾਨਸਾ। ਇੱਕ ਪਾਸੇ ਰਾਂਝੇ ਨੇ ਪਹਿਲਾਂ ਬੜਾ ਮਿੱਠਾ ਜਿਹਾ ਹੋ ਕੇ ਬਾਲਨਾਥ ਤੋਂ ਜੋਗ ਧਾਰਨ ਕਰ ਲਿਆ ਹੈ, ਅਤੇ ਜਦੋਂ ਜੋਗੀ ਦੇ ਰੂਪ ਦੇ ਵਿੱਚ ਉਸ ਨੂੰ ਭੇਜਿਆ ਜਾਣਾ ਹੈ ਭਿਕਸ਼ਾ ਲੈਣ ਵਾਸਤੇ, ਅਤੇ ਉੱਥੇ ਭਿਕਸ਼ਾ ਲੈਣ ਗਿਆਨ ਰਾਂਝੇ ਨੂੰ ਜੋਗ ਮਤ ਦੇ ਅਨੁਸਾਰ, ਜੋਗ ਮਤ ਦੇ ਨਿਯਮਾਂ ਦਾ ਜਦੋਂ ਪਾਲਣ ਕਰਨਾ ਪੈਣਾ ਹੈ, ਅਤੇ ਰਾਂਝਾ ਜੋਗ ਮਤ ਦੇ ਅਨੁਸਾਰ ਚੱਲਣ ਤੋਂ ਇਨਕਾਰੀ ਹੋ ਜਾਂਦਾ ਹੈ। ਅਤੇ ਭਾਵੇਂ ਬਾਲਨਾਥ ਉਸ ਨੂੰ ਮਾਫ ਕਰ ਦਿੰਦਾ ਹੈ, ਟੋੜ ਦਿੰਦਾ ਹੈ, ਅਤੇ ਅੱਗੋਂ ਰਾਂਝਾ ਬੜਾ ਮਚਲਾ ਜਿਹਾ ਬਣ ਕੇ ਜੋਗ ਬਾਲਨਾਥ ਨੂੰ ਕਹਿ ਰਿਹਾ ਹੈ ਕਿ ਮੁੰਦਰਾਂ ਲੈ ਆਪਣੀਆਂ ਮੋੜ ਬਾਵਾ, ਕਿਆ ਜਿਹੜੀਆਂ ਮੁੰਦਰਾਂ ਤੂੰ ਮੇਰੇ ਕੰਨਾਂ ਦੇ ਵਿੱਚ ਪਾਈਆਂ ਹਨ, ਇਹ ਮੁੰਦਰਾਂ ਜਿਹੜੀਆਂ ਨੇ ਇਹ ਵਾਪਸ ਕਰ ਲੈ ਆਪਣੀਆਂ। ਕਿਉਂ? ਤੇ ਕੰਨ ਮੇਰੇ ਮੁੜ ਸਬੂਤ ਕਰ ਭਲੇ ਮਾਨਸਾ। ਮੁੰਦਰਾਂ ਤੇ ਵਾਪਸ ਕਰ ਲੈ, ਤੇ ਉੱਤੋਂ ਇੱਕ ਹੋਰ ਇੱਕ ਕੰਡੀਸ਼ਨ ਲਾ ਦਿੱਤੀ ਹੈ ਕਿ ਜਿਹੜੇ ਮੇਰੇ ਕੰਨ ਤੂੰ ਪਾੜ ਕੇ ਮੁੰਦਰਾਂ ਪਾਈਆਂ ਸਨ, ਇਹਨਾਂ ਮੁੰਦਰਾਂ ਨੂੰ ਵੀ ਕੱਢ ਲੈ, ਤੇ ਹੁਣ ਇਹ ਮੇਰੇ ਕੰਨ ਜਿਹੜੇ ਨੇ ਵਾਪਸ ਸਬੂਤ ਕਰ ਭਲਾ ਮਾਨਸ ਬਣ ਕੇ। ਕੰਨਾਂ ਨੂੰ ਕਾਹਨੂੰ ਚਾ ਪਾੜਿਆ? ਰਾਂਝਾ ਆਪਣੇ ਗੁਰੂ ਬਾਲਨਾਥ ਨੂੰ ਕਹਿ ਰਿਹਾ ਕਿ ਤੂੰ ਮੇਰੇ ਕੰਨਾਂ ਨੂੰ ਕਿਉਂ ਪਾੜਿਆ?
ਜੋਗ ਦੀ ਮੈਨੂੰ ਕੀ ਲੋੜ ਸੀ ਨਾਥਾ ਦੱਸ ਖਾਂ, ਮੈਨੂੰ ਜੋਗ ਦੀ ਕੀ ਲੋੜ ਸੀ ਦੱਸ ਖਾਂ, ਭਲਾ ਤੈਨੂੰ ਕਿਹਨੇ ਕਿਹਾ ਸੀ ਕਿ ਮੇਰੇ ਕੰਨਾਂ ਨੂੰ ਪਾੜ ਕੇ ਇਸ ਦੇ ਵਿੱਚ ਮੁੰਦਰਾਂ ਪਾ ਦੇ। ਇਸ ਤਰ੍ਹਾਂ ਭਾਵ ਰਾਂਝਾ ਜੋ ਹੈ ਉਹ ਪੰਜਾਬ ਦੀ ਜਵਾਨੀ ਦਾ ਪ੍ਰਤੀਕ ਹੈ। ਇੱਥੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਉਹ ਆਪਣੀ ਮਨਮਰਜ਼ੀ ਦੇ ਮਾਲਕ ਹਨ। ਉਹ ਕਿਸੇ ਨੇਮ ਦੇ ਵਿੱਚ ਬੱਝ ਕੇ ਨਹੀਂ ਚੱਲ ਸਕਦੇ, ਕਿਸੇ ਦੇ ਗੁਲਾਮ ਬਣ ਕੇ ਨਹੀਂ ਚੱਲ ਸਕਦੇ। ਇੱਥੋਂ ਤੱਕ ਕਿ ਰਾਂਝਾ ਜਿਵੇਂ ਬਾਲਨਾਥ ਦੇ ਅੱਗੋਂ ਵੀ ਸਿੱਧਾ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਆਪਣੇ ਗੁਰੂ ਦੀ ਵੀ ਚੇਲੇ ਦੇ ਰੂਪ ਦੇ ਵਿੱਚ ਰਾਂਝੇ ਨੇ ਪਰਵਾਹ ਨਹੀਂ ਕੀਤੀ। ਉਸ ਨੂੰ ਵੀ ਆਪਣੇ ਤਰਕ ਤੇ ਦਲੀਲ ਦੇ ਨਾਲ ਜੋ ਹੈ ਨਰੁੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਦਾ ਸੁਭਾਅ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿ ਰਹੇ ਨੇ ਕਿ ਪੰਜਾਬ ਦੀ ਜਵਾਨੀ ਦਾ ਮੈਂ ਸਿੱਖਿਆ ਸੀ ਨਾਮ ਪਿਆਰ ਦਾ ਤੇ ਹੱਡਾਂ ਵਿੱਚ ਪਿਆਰ ਪਿਆ ਖੜਕਦਾ। ਰਾਂਝਾ ਆਪਣੇ ਗੁਰੂ ਬਾਲਨਾਥ ਨੂੰ ਕਹਿ ਰਿਹਾ ਹੈ ਕਿ ਮੈਂ ਤਾਂ ਸਿਰਫ ਪਿਆਰ ਦਾ ਨਾਮ ਸਿੱਖਿਆ ਸੀ, ਮੇਰੇ ਤੇ ਰੋਮ ਰੋਮ ਦੇ ਵਿੱਚ, ਮੇਰੇ ਤੇ ਸਰੀਰ ਦੇ ਹੱਡਾਂ ਦੇ ਵਿੱਚ ਜੋ ਹੈ ਪਿਆਰ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਵਹਿ ਰਿਹਾ ਹੈ, ਨਾਮ ਪਿਆਰ ਦਾ ਵੱਜਦਾ। ਮੈਂ ਤਾਂ ਜੇ ਸਿਮਰਨ ਬੰਦਗੀ ਵੀ ਕਰਨਾ ਹਾਂ ਤਾਂ ਉਹ ਵੀ ਆਪਣੇ ਪ੍ਰੀਤਮ ਪਿਆਰੇ ਦੇ ਨਾਮ ਦਾ ਸਿਮਰਨ ਕਰਦਾ ਹਾਂ। ਜੋਗ ਤੇਰਾ ਹੋੜ ਦਾ ਇਸ਼ਕ ਥੀ ਕਮਲਿਆ। ਪਰ ਰਾਂਝਾ ਬਾਲਨਾਥ ਨੂੰ ਕਹਿ ਰਿਹਾ ਹੈ ਕਿ ਤੇਰਾ ਜੋਗ ਮਤ ਜਿਹੜਾ ਹੈ ਉਹ ਤਾਂ ਪਿਆਰ ਕਰਨ ਤੋਂ ਹੀ ਰੋਕਦਾ ਹੈ, ਹੋੜਦਾ ਹੈ, ਜਦ ਕਿ ਹਰ ਧਰਮ ਪਿਆਰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਮਨੁੱਖ ਨੂੰ ਕਿ ਆਪਸ ਦੇ ਵਿੱਚ ਪ੍ਰੇਮ ਭਾਵ ਦੇ ਨਾਲ ਰਹਿਣਾ ਚਾਹੀਦਾ ਹੈ। ਮੋੜ ਮੇਰੇ ਕੰਨ ਲੈ ਮੋੜ ਆਪਣੀਆਂ ਮੁੰਦਰਾਂ। ਇਸ ਤਰ੍ਹਾਂ ਰਾਂਝਾ ਆਪਣੇ ਗੁਰੂ ਬਾਲਨਾਥ ਨੂੰ ਕਹਿ ਰਿਹਾ ਹੈ ਕਿ ਇਹ ਮੇਰੇ ਕੰਨ ਤੂੰ ਮੋੜ ਮੇਰੇ ਕੰਨ ਮੁੜ ਸਬੂਤ ਕਰ, ਵਾਪਸ ਕਰ ਲੈ ਮੋੜ ਆਪਣੀਆਂ ਮੁੰਦਰਾਂ ਲੈ ਜਾ। ਮੈਨੂੰ ਨਹੀਂ ਤੇਰੀਆਂ ਮੁੰਦਰਾਂ ਚਾਹੀਦੀਆਂ, ਕਿਉਂਕਿ ਮੈਨੂੰ ਤਾਂ ਪਿਆਰ ਦੇ ਰਾਹ 'ਤੇ ਚੱਲਣਾ ਪ੍ਰਵਾਨ ਹੈ। ਮੈਨੂੰ ਤੇਰਾ ਜੋਗ ਦੇ ਨਿਯਮ ਜਿਹੜੇ ਹਨ ਇਹ ਬਿਲਕੁਲ ਵੀ ਪ੍ਰਵਾਨ ਨਹੀਂ। ਮੈਂ ਤਾਂ ਜੋਗ ਮਤ ਧਾਰਨ ਹੀ ਇਸ ਲਈ ਕਰ ਰਿਹਾ ਹੈ ਤਾਂ ਕਿ ਮੈਂ ਆਪਣੇ ਰੱਬ ਰੂਪ ਹੀਰ ਦੇ ਦੀਦਾਰ ਕਰ ਸਕਾਂ। ਔਰ ਤੇਰਾ ਜੋਗ ਮਤ ਜਿਹੜਾ ਹੈ ਉਹ ਅਜਿਹੇ ਕਰਮ ਕਰਨ ਤੋਂ ਰੋਕਦਾ ਹੈ, ਹੋੜਦਾ ਹੈ। ਇਸ ਲਈ ਮੈਨੂੰ ਤੇਰਾ ਇਹ ਜੋਗ ਜਿਹੜਾ ਹੈ ਇਹ ਪ੍ਰਵਾਨ ਨਹੀਂ ਹੈ। ਇਸ ਤਰ੍ਹਾਂ ਰਾਂਝਾ ਜੋ ਹੈ ਆਪਣੇ ਗੁਰੂ ਦੇ ਅੱਗੇ ਵੀ ਨਾਬਰ ਹੋ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੀ ਜਵਾਨੀ ਦਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੀ ਦੱਸਦੇ ਹਨ, ਜਿਹੜੀ ਆਪਣੀ ਮਨਮਰਜ਼ੀ ਦੀ ਮਾਲਕ ਹੈ, ਅਖੜ ਹੈ, ਆਪਣੇ ਮਨ ਦੇ ਵਿੱਚ ਜੋ ਗੱਲ ਆਏ ਉਸ ਨੂੰ ਹਰ ਹੀਲੇ ਪੂਰੀਆਂ ਕਰਦੇ ਹਨ ਔਰ ਪੂਰਾ ਕਰਕੇ ਹੀ ਸਾਹ ਲੈਂਦੇ ਹਨ। ਸੋ ਮਿਲਾਂਗੇ ਅਗਲੇ ਇਸ ਦੇ ਭਾਗ 2 ਨੂੰ ਲੈ ਕੇ ਅਗਲੇ ਲੈਕਚਰ ਦੇ ਵਿੱਚ। ਤਦ ਤੱਕ ਦੇ ਲਈ ਇਸ ਲੈਕਚਰ ਨੂੰ ਸੁਣਦੇ ਰਹਿਣਾ ਔਰ ਇਹ ਲੈਕਚਰ ਤੁਹਾਨੂੰ ਕਿਹੋ ਜਿਹਾ ਲੱਗਿਆ ਹੈ ਇਸ ਬਾਰੇ ਆਪਣਾ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਨਾਲ ਹੀ ਇਸ ਲੈਕਚਰ ਨੂੰ, ਇਸ ਚੈਨਲ ਨੂੰ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ। ਤਦ ਤੱਕ ਲਈ ਇਜਾਜ਼ਤ, ਧੰਨਵਾਦ।